ਲੁਧਿਆਣਾ ਡੈਂਟਲ ਸੈਂਟਰ ਜੋ ਕਿ ਪੱਖੋਵਾਲ ਰੋਡ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਥਿਤ ਹੈ। ਆਓ ਗੱਲ ਕਰਦੇ ਹਾਂ ਡਾਕਟਰ ਬਿਕਰਮਜੀਤ ਸਿੰਘ ਢਿੱਲੋਂ ਨਾਲ ਅਤੇ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। ਜੀ ਕੋਰੋਨਾ ਦੇ ਟਾਈਮ ਤੇ ਅਸੀਂ ਖਾਸ ਖਿਆਲ ਰੱਖਿਆ ਕਿ ਸਾਰੇ ਤਰੀਕੇ ਦੇ ਨਾਲ ਪਹਿਲਾਂ ਤੇ ਆਪਾਂ ਆਫ ਕੋਰਸ ਆਪਾਂ ਗੱਲ ਕਰਦੇ ਹਾਂ ਕਲੀਨਿਕ ਨੂੰ ਡਿਸਇਨਫੈਕਸ਼ਨ ਦੀ, ਉਹ ਤੇ ਅਸੀਂ ਗੱਲ ਕਰਾਂਗੇ, ਪਰ ਉਹ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਤਰੀਕੇ ਦੇ ਨਾਲ ਪੇਸ਼ੈਂਟ ਨੂੰ ਅਸੀਂ ਡਿਸਇਨਫੈਕਟ ਕਰੀਏ ਤਾਂ ਕਿ ਵੇਖਣ ਤੋਂ ਪਹਿਲਾਂ ਅਸੀਂ ਸ਼ੋਰ ਹੋ ਜਾਈਏ ਕਿ ਬਾਹਰੋਂ ਆਪਾਂ ਨੂੰ ਕੋਈ ਵੀ ਇਨਫੈਕਸ਼ਨ ਕਿਸੇ ਰੂਪ ਦੇ ਵਿੱਚ ਨਹੀਂ ਆ ਰਿਹਾ, ਕਿਸੇ ਪ੍ਰਕਾਰ ਦੇ ਵਿੱਚ ਨਹੀਂ ਆ ਰਿਹਾ। ਜਿੱਦਾਂ ਬਾਹਰ ਸਾਡੇ ਐਂਟਰੈਂਸ ਦੀ ਬੋਰਡ ਲੱਗਿਆ ਹੈ ਕਿ ਪਲੀਜ਼ ਵਾਸ਼ ਯੋਰ ਹੈਂਡਸ ਫਸਟ, ਤੇ ਬਾਹਰ ਹੀ ਆਪਣਾ ਸਿੰਕ ਲੱਗਿਆ ਹੋਇਆ ਤਾਂ ਕਿ ਪੇਸ਼ੈਂਟ ਆਉਣ ਤੋਂ ਪਹਿਲਾਂ ਆਪਣੇ ਹੱਥ ਧੋ ਕੇ ਆਉਣ। ਦੂਜਾ ਜੀ ਸਾਡੇ ਸ਼ੂ ਕਵਰਸ ਇੱਥੇ ਹੈਗੇ ਆ ਤਾਂ ਕਿ ਪੈਰਾਂ ਦੇ ਉੱਤੇ ਬਾਹਰ ਪੇਸ਼ੈਂਟ ਆਉਂਦੇ ਆ, ਮਿੱਟੀ ਹੁੰਦੀ ਆ, ਪੈਰਾਂ ਦੇ ਵਿੱਚ ਡਰਟ ਲੱਗਦੀ ਆ, ਸਾਰੇ ਤਰੀਕੇ ਦੀ ਚੀਜ਼ਾਂ ਹੁੰਦੀਆਂ ਤੇ ਤਾਂ ਕਿ ਉਸ ਤਰੀਕੇ ਤੋਂ ਅਸੀਂ ਉਹਨੂੰ ਅਵੋਇਡ ਕਰ ਸਕੀਏ ਤੇ ਅਸੀਂ ਸ਼ੂ ਕਵਰਸ ਐਂਟਰੈਂਸ ਤੇ ਹੀ ਰੱਖੇ ਹੋਏ ਤਾਂ ਕਿ ਪੇਸ਼ੈਂਟਸ ਆਪਣੇ ਸ਼ੂਜ਼ ਨੂੰ ਕਵਰ ਕਰ ਲੈਣ ਤੇ ਸਾਡੇ ਹੱਥ ਡਿਸਇਨਫੈਕਟ ਹੋ ਗਏ, ਸੈਨੀਟਾਈਜ਼ ਹੋ ਗਏ, ਸਾਡੇ ਸ਼ੂ ਕਵਰਸ ਹੋ ਗਏ। ਤੀਜਾ ਜੀ ਜਦੋਂ ਹੀ ਪੇਸ਼ੈਂਟ ਆਪਣੀ ਚੇਅਰ ਤੇ ਬਹਿੰਦੇ ਆ ਨਾਲ ਹੀ ਪੇਸ਼ੈਂਟ ਨੂੰ ਅਸੀਂ ਜਰਮੀਸਾਈਡ, ਬੀਟਾਡਿਨ ਜਰਮੀਸਾਈਡ ਦੇ ਗਾਰਗਲਸ ਪਹਿਲੀ ਫਸਟ ਥਿੰਗ ਵੀ ਡੂ ਇਜ਼ ਬੀਟਾਡਿਨ ਜਰਮੀਸਾਈਡ ਦੇ ਗਾਰਗਲਸ ਕਰਾ ਦਿੰਦੇ ਆ ਤਾਂ ਕਿ ਉਸ ਤੋਂ ਆਪਣਾ ਬੇਸਿਕ ਡਿਸਇਨਫੈਕਸ਼ਨ ਇਜ਼ ਕੰਪਲੀਟ। ਪੇਸ਼ੈਂਟ ਦਾ ਮਾਊਥ ਇਜ਼ ਡਿਸਇਨਫੈਕਟਡ ਵਿਚ ਇਜ਼ ਦ ਮੇਨ ਸੋਰਸ ਆਫ ਇਨਫੈਕਸ਼ਨ। ਦੂਜਾ ਹੱਥ ਡਿਸਇਨਫੈਕਟ ਹੋ ਗਏ। ਤੀਜੇ ਆਪਣੇ ਫੀਟ ਆਰ ਟੋਟਲੀ ਕਵਰਡ ਐਂਡ ਵੀ ਹੈਵ ਡਿਸਪੋਜ਼ੇਬਲ ਕਵਰ, ਸੋ ਉਹਦੀ ਆਪਾਂ ਨੂੰ ਫਿਕਰ ਕਰਨ ਦੀ ਲੋੜ ਹੈ ਨਹੀਂ। ਇਹ ਤੋਂ ਇਲਾਵਾ ਜੀ ਆਪਾਂ ਕਲੀਨਿਕ ਦੀ ਜੇ ਆਪਾਂ ਗੱਲ ਕਰੀਏ ਤੇ ਥਾਂ ਤੇ ਅਸੀਂ ਹੈਂਡ ਸਟੈਂਡਸ ਲਾ ਰੱਖੇ ਜਿਹਦੇ ਨਾਲ ਫੁੱਟ ਪੈਡਲ ਕੰਟਰੋਲ ਦੇ ਨਾਲ ਸਾਡੇ ਸੈਨੀਟਾਈਜ਼ਰਸ ਆਉਂਦੇ ਤਾਂ ਕਿ ਪੇਸ਼ੈਂਟ ਨੂੰ ਸੈਨੀਟਾਈਜ਼ਰ ਨੂੰ ਡਾਇਰੈਕਟ ਬੋਟਲ ਨੂੰ ਟੱਚ ਨਾ ਕਰਨਾ ਪਵੇ ਟੂ ਅਵੋਇਡ ਦ ਰਿਸਕ ਆਫ ਕੰਟੈਮੀਨੇਸ਼ਨ। ਥਾਂ ਤੇ ਅਸੀਂ ਸੈਨੀਟਾਈਜ਼ਰਸ ਰੱਖੇ ਹੋਏ ਆ। ਸਰ ਇੱਕ ਅਸੀਂ ਦੇਖਿਆ ਕਿ ਤੁਸੀਂ ਇਨਸਟਰੂਮੈਂਟ ਜਿਹੜੇ ਨੇ ਤੁਸੀਂ ਸਾਫ਼ ਸਫਾਈ ਕਰਦੇ ਹੋ ਉਹਨਾਂ ਦੀ ਪ੍ਰੋਪਰ, ਹਾਂਜੀ, ਤੇ ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਜੀ ਇੱਥੇ ਜੀ ਆਪਾਂ ਇੰਸਟਰੂਮੈਂਟਸ ਦਾ ਖਾਸ ਖਿਆਲ ਰੱਖਦੇ ਕਿ ਕਿਸੇ ਤਰੀਕੇ ਦਾ ਕ੍ਰਾਸ ਕੰਟੈਮੀਨੇਸ਼ਨ ਜਾਂ ਕ੍ਰਾਸ ਇਨਫੈਕਸ਼ਨ ਇੱਕ ਪੇਸ਼ੈਂਟ ਤੋਂ ਦੂਜੇ ਨੂੰ ਨਾ ਫੈਲੇ ਤੇ ਇਸ ਕਰਕੇ ਅਸੀਂ ਬਹੁਤ ਹੀ ਮੈਟੀਕੂਲਸ ਕਲੀਨਿੰਗ ਤੇ ਸਟਰਲਾਈਜੇਸ਼ਨ ਸਟੈਂਡਰਡ ਪ੍ਰੋਟੋਕੋਲਸ ਰੱਖੇ ਹੈਗੇ। ਤੁਸੀਂ ਇੱਥੇ ਦੇਖ ਸਕਦੇ ਹੋ ਜਿੱਦਾਂ ਸਾਡੇ ਪਿੱਛੇ ਪੂਰਾ ਸਟਰਲਾਈਜੇਸ਼ਨ ਰੂਮ ਆ। ਸੋ ਆਪਾਂ ਕਲੀਨਿਕ ਤੋਂ ਐਂਟਰ ਕਰਦੇ ਹੀ ਅਸੀਂ ਵੀ ਮੇਡ ਇਟ ਸ਼ੋਰ ਕਿ ਸਾਰੇ ਖਿੜਕੀ most of the clinic is basically glass. The basic idea is ਕਿ ਸਾਡੇ clinic ਦੇ ਵਿੱਚ there is ambient amount of sunlight that is entering the clinic ਤੇ ਕਿਸੇ ਵੀ ਤਰੀਕੇ ਦੇ ਜਰਮ ਨਾ ਰਹਿ ਜਾਣ। ਦੂਜਾ ਜੀ ਸਾਡਾ ਸਾਹਮਣੇ ਸਟਰਲਾਈਜੇਸ਼ਨ ਰੂਮ ਹੈਗਾ, ਇਹਦੇ ਵਿੱਚ ਜੀ ਅਸੀਂ we have got type B autoclave। ਇਹਦੇ ਵਿੱਚ ਜੀ ਆਟੋਕਲੇਵ ਜਿਹੜਾ ਆਪਣਾ ਲੱਗਿਆ ਹੋਇਆ ਹੈ, ਦਿਸ ਇਜ਼ ਬੈਸਟ ਇਨ ਕਲਾਸ ਜਿਹੜਾ ਆਟੋਕਲੇਵ ਹੈਗਾ, ਸੁਪੀਰੀਅਰ ਮੋਸਟ। ਇਹਦੇ ਵਿੱਚ ਜਦੋਂ ਆਪਾਂ ਆਟੋਕਲੇਵ ਸਾਈਕਲ ਰਨ ਕਰਦੇ ਹਾਂ ਤੇ ਕਿਸੇ ਵੀ ਟਾਈਪ ਦੇ ਇਨਫੈਕਸ਼ਨ ਦੇ ਰਹਿਣ ਦੇ ਚਾਂਸ ਬਿਲਕੁਲ ਨਾ ਬਰਾਬਰ ਰਹਿ ਜਾਂਦੇ ਆ। ਉਹ ਤੋਂ ਇਲਾਵਾ ਜੀ ਆਪਣੇ ਕੋਲ ਅਲਟਰਾਸੋਨਿਕ ਡਿਸਇਨਫੈਕਸ਼ਨ ਯੂਨਿਟ ਹੈਗਾ ਆ, ਪਾਊਚ ਸੀਲਿੰਗ ਹੈਗੀ ਆ। ਇਹਦੇ ਵਿੱਚ ਹੀ ਆਪਾਂ ਕੀ ਕਰਦੇ, ਜਿੱਦਾਂ ਆਪਾਂ ਟਿਪੀਕਲ ਐਗਜ਼ਾਮਪਲ ਦਿੰਨੇ ਕਿ ਆਪਾਂ ਪੌਪਕੌਰਨ ਦੀ ਪ੍ਰੋਪਰ ਸੀਲਿੰਗ ਹੁੰਦੀ, ਇੱਕ ਵਾਰੀ ਜੇ ਉਹ ਫਟ ਗਿਆ, ਪਾਊਚ ਫਟ ਗਿਆ ਤੇ ਉਹ ਦੁਬਾਰਾ ਤੋਂ ਸੀਲ ਨਹੀਂ ਹੋ ਸਕਦਾ। ਸੋ ਰਾਦਰ ਦੈਨ ਯੂਜ਼ਿੰਗ ਗ੍ਰੀਨ ਕਲੌਥਸ ਆਟੋਕਲੇਵ ਲਾ ਕੇ ਉਹਨੂੰ ਸਟਰਲਾਈਜੇਸ਼ਨ ਡਿਸਇਨਫੈਕਸ਼ਨ ਕਰਕੇ ਉਹਨੂੰ ਗ੍ਰੀਨ ਕਲੌਥ ਦੇ ਵਿੱਚ ਰੈਪ ਕਰਨ ਦੀ ਥਾਂ ਤੇ ਅਸੀਂ ਪ੍ਰੋਪਰ ਸੀਲਿੰਗ ਕਰਦੇ ਹਾਂ ਤੇ ਇੱਕ ਵਾਰੀ ਸੀਲ ਹੋ ਕੇ ਉਹ ਆਟੋਕਲੇਵ 'ਚ ਲੱਗ ਗਿਆ, ਇੱਕ ਵਾਰੀ ਦੁਬਾਰਾ ਤੋਂ ਫਟ ਗਿਆ, ਉਹ ਦੁਬਾਰਾ ਤੋਂ ਫਿਰ ਕਲੀਨ ਹੋ ਕੇ ਸੀਲ ਹੋ ਕੇ ਦੁਬਾਰਾ ਤੋਂ ਆਟੋਕਲੇਵ ਕਰਕੇ ਹੀ ਯੂਜ਼ ਹੋ ਸਕਦਾ ਤਾਂ ਕਿ ਕਿਸੇ ਵੀ ਤਰੀਕੇ ਦਾ ਸਾਨੂੰ ਕਿਸੇ ਵੀ ਇਨਫੈਕਸ਼ਨ ਦਾ ਚਾਂਸ ਨਾ ਰਹਿ ਜਾਏ। ਤੇ ਸਰ ਸਮੇਂ ਤੁਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਰਹਿੰਦੇ ਹੋ, ਨਵੀਂ ਤਕਨੀਕਸ ਜੋ ਆ ਰਹੀਆਂ ਨੇ ਡੈਂਟਲ ਦੇ ਨਾਲ ਸੰਬੰਧਿਤ ਤੁਸੀਂ ਉਹ ਪ੍ਰੋਵਾਈਡ ਕਰਦੇ ਹੋ ਇੱਥੇ ਫੈਸਿਲਿਟੀ ਪੇਸ਼ੈਂਟ ਵਾਸਤੇ, ਉਹਦੇ ਬਾਰੇ ਸਾਨੂੰ ਥੋੜ੍ਹਾ ਦੱਸੋ। ਫਸਟ ਐਂਡ ਫੋਰਮੋਸਟ ਜੀ ਆਪਾਂ ਬੇਸਿਕ ਸਭ ਤੋਂ ਪਹਿਲਾਂ ਜਿਹੜੀ ਗੱਲ ਕਰੀਏ ਤੇ ਅਸੀਂ ਜੀ ਯੂਜ਼ ਕਰ ਰਹੇ ਹਾਂ ਲੇਟੈਸਟ ਟੈਕਨੀਕਸ ਦੀ ਹਰ ਤਰੀਕੇ ਦੇ ਨਾਲ। ਜੇ ਆਪਾਂ ਸਟਰਲਾਈਜੇਸ਼ਨ ਡਿਸਇਨਫੈਕਸ਼ਨ ਤੁਹਾਨੂੰ ਦੱਸਤਾ। ਦੂਜਾ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਜਦੋਂ ਅਸੀਂ ਆਪਾਂ ਮੂੰਹ ਦੇ ਵਿੱਚ ਕਰਾਊਨ ਜਾਂ ਬ੍ਰਿਜ ਦਾ ਅਸੀਂ ਨਾਪ ਲੈਂਦੇ ਹਾਂ। ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ, ਤੁਸੀਂ ਡੈਂਟਿਸਟ ਦੇ ਕੋਲ ਜਾਂਦੇ ਹੋ, ਉਹ ਮੂੰਹ ਦੇ ਵਿੱਚ ਪੂਰਾ ਰਬੜ ਜੇ ਮਟੀਰੀਅਲ ਦਾ ਇੰਪ੍ਰੈਸ਼ਨ ਪਾਉਂਦੇ ਆ, ਉਹ ਮੂੰਹ ਦੇ ਵਿੱਚ ਰਹਿੰਦਾ ਆ, ਥੁੱਕ ਆ ਰਿਹਾ ਹੁੰਦਾ, ਗੈਗ ਆ ਰਿਹਾ ਹੁੰਦਾ, ਕਿਸੇ ਨੂੰ ਉਲਟੀ ਆ ਰਹੀ ਹੁੰਦੀ, ਉਹ ਟੋਲਰੇਟ ਨਹੀਂ ਕਰ ਪਾਉਂਦੇ ਆਪਣੇ ਮੂੰਹ ਦੇ ਵਿੱਚ ਇਹੋ ਜਿਹਾ ਇੰਪ੍ਰੈਸ਼ਨ ਮਟੀਰੀਅਲ ਫॉर ਸੋ ਲੌਂਗ। ਸੋ ਹਾਲੇ ਲੇਟੈਸਟ ਟੈਕਨੋਲੋਜੀ ਜਿਹੜੀ ਵਰਲਡ ਵਾਈਡ ਅਡਾਪਟ ਕੀਤੀ ਜਾ ਰਹੀ ਹੈ ਉਹ ਹੈਗੀ ਜੀ ਡਿਜੀਟਲ ਸਕੈਨ। ਡਿਜੀਟਲ ਸਕੈਨ ਕੀ ਕਰਦਾ ਹੈ ਕਿ ਪੂਰੇ ਆਰਸ ਦਾ, ਪੂਰੇ ਜਿਹੜੇ ਸਾਡੇ ਦੰਦ ਹੈਗਾ ਉਹਦੀ ਇੱਕ 3 ਡਾਇਮੈਂਸ਼ਨਲ ਇਮੇਜ ਕ੍ਰੀਏਟ ਕਰ ਲੈਂਦਾ ਹੈ, ਇੱਕ ਡਿਜੀਟਲ ਫਾਈਲ ਕ੍ਰੀਏਟ ਕਰ ਲੈਂਦਾ ਹੈ। ਉਹ ਜਦੋਂ ਅਸੀਂ ਡਿਜੀਟਲ ਫਾਈਲ ਜਿਹੜੀ ਆ ਲੈਬ ਨੂੰ ਸੈਂਡ ਕਰਦੇ ਆ ਤੇ ਉਹ ਡਾਇਰੈਕਟਲੀ ਜਿਹੜਾ ਆ ਉਥੋਂ ਉਸ ਡਿਜੀਟਲ ਫਾਈਲ ਤੇ ਹੀ ਕਰਾਊਨ ਬਣਾ ਕੇ ਭੇਜ ਦਿੰਦੇ ਆ। ਹੁਣ ਸਾਨੂੰ ਇਹਦਾ ਫਾਇਦਾ ਕੀ ਹੋਇਆ ਜੀ? ਸਭ ਤੋਂ ਪਹਿਲਾਂ ਆਪਾਂ ਨੂੰ ਇਹ ਫਾਇਦਾ, ਜਦੋਂ ਆਪਾਂ ਪੇਸ਼ੈਂਟ ਦੇ ਮੂੰਹ ਦੇ ਵਿੱਚ ਇੰਪ੍ਰੈਸ਼ਨ ਲਿੱਤਾ, ਉਹਦਾ ਮੂੰਹ ਦਾ ਥੁੱਕ ਲੱਗਿਆ, ਉਸੇ ਇੰਪ੍ਰੈਸ਼ਨ ਨੂੰ ਅਸੀਂ ਹੈਂਡਲ ਕੀਤਾ, ਫਿਰ ਉਸੇ ਇੰਪ੍ਰੈਸ਼ਨ ਨੂੰ ਜਿਹੜਾ ਲੈਬ ਵਾਲਾ ਬੰਦਾ ਉਹ ਲੈ ਕੇ ਜਾਂਦਾ, ਉਸੇ ਇੰਪ੍ਰੈਸ਼ਨ ਨੂੰ ਲੈਬ ਵਾਲੇ ਹੈਂਡਲ ਕਰਦੇ ਆ, ਉਸੇ ਇੰਪ੍ਰੈਸ਼ਨ ਦੇ ਵਿੱਚ ਕਰਾਊਨ ਬਣਾਉਂਦੇ ਆ ਤੇ ਫਿਰ ਚਾਂਸਸ ਆਫ ਕ੍ਰਾਸ ਕੰਟੈਮੀਨੇਸ਼ਨ, ਚਾਂਸਸ ਆਫ ਇਨਫੈਕਸ਼ਨ ਇਨਕਰੀਜ਼ ਰੈਪਿਡਲੀ। ਇੱਥੇ ਕੀ ਹੋਇਆ, ਅਸੀਂ ਸਲੀਵਸ ਦੇ ਨਾਲ ਕਵਰ ਕਰਕੇ ਡਿਜੀਟਲ ਸਕੈਨ ਲਿੱਤਾ, ਪ੍ਰੈਸ ਕੀਤਾ, ਉਹ ਮੇਲ ਦੇ ਥਰੂ ਲੈਬ ਨੂੰ ਸੈਂਡ ਹੋ ਗਈ। ਕੋਈ ਸਲਾਈਵਾ ਨਹੀਂ, ਕੋਈ ਕ੍ਰਾਸ ਕੰਟੈਮੀਨੇਸ਼ਨ ਨਹੀਂ, ਕਿਸੇ ਤਰੀਕੇ ਦਾ ਕੋਈ ਇਨਫੈਕਸ਼ਨ ਨਹੀਂ। ਪਲੱਸ ਡਿਜੀਟਲ ਫਾਈਲਸ ਆਰ ਵੇ ਮੋਰ ਐਕੂਰੇਟ ਦੈਨ ਦ ਫਿਜ਼ੀਕਲ ਇੰਪ੍ਰੈਸ਼ਨਸ, ਕਿਉਂਕਿ ਫਿਜ਼ੀਕਲ ਇੰਪ੍ਰੈਸ਼ਨ ਲੈਂਦੇ ਉਹਨੂੰ ਪੋਰ ਕਰਦੇ ਆ, ਕਾਸਟ ਕੱਢਦੇ ਆ, ਉਸ ਕਾਸਟ ਤੇ ਫਿਰ ਕਰਾਊਨ ਬਣਾਉਂਦੇ ਆ।
all those steps are eliminated. You just take a digital impression और directly lab ਨੂੰ ਜਾਂਦਾ ਹੈ, ਉਸ digital impression ਤੇ crown ਬਣ ਕੇ ਸਾਡਾ fabricate ਹੋ ਕੇ ਆ ਜਾਂਦਾ ਹੈ. This is way more fast as compared to the conventional technique. ਦੂਜਾ ਇਹਦੇ 'ਚ cross contamination ਦਾ chance ਬਿਲਕੁਲ ਹਟ ਜਾਂਦਾ ਹੈ. ਹਾਲੇ ਜੀ ਤੁਹਾਨੂੰ ਦਿਖਾਣੇ ਉਹਦੇ ਬਾਰੇ. ਹਾਂਜੀ, ਹੁਣ ਇਹ ਜੀ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ, ਇਹ ਕੰਪਿਊਟਰ ਸਕਰੀਨ ਤੇ ਇੱਕ ਪੇਸ਼ੈਂਟ ਦਾ ਸਾਡਾ ਸਕੈਨ ਆ ਰੱਖਿਆ ਹੈ. ਹੁਣ ਇਹ ਪੂਰੀ ਡਿਜੀਟਲ ਫਾਈਲ ਹੈਗੀ ਜਿਹਦੇ ਵਿੱਚ ਆਪਣੀ ਦੋਨੋਂ ਆਰਚਸ, ਅਪਰ ਲੋਅਰ ਆਰਚਸ ਕਲੀਅਰ ਸਾਨੂੰ ਦਿਸ ਰਹੀ ਹੈਗੀਆਂ. ਇਹਦੇ 'ਚ ਅਸੀਂ ਕਲੀਅਰ ਡਿਸਟਿੰਗੁਇਸ਼ ਕਰ ਸਕਦੇ ਹਾਂ ਕਿ ਆਪਾਂ ਇਸ ਦੰਦ ਦੇ ਉੱਤੇ ਕੈਪ ਬਣਾਉਣਾ. ਇਹ ਵਾਲਾ ਆਪਣਾ ਦੰਦ ਹੈ ਜਿਹਦੇ ਤੇ ਆਪਣੀ ਪੂਰੀ ਆਰਚ ਹੈ, ਇਹ ਵਾਲਾ ਦੰਦ ਹੈ. ਇਹ ਲੋਅਰ ਆਰਚ ਸਾਡੀ ਹੈਗੀ ਜਿਹਦੇ ਤੇ ਆਪਾਂ ਕੈਪ ਬਣਾਉਣਾ. ਇਹ ਨਾਲ ਉਹਦੀ ਅਪਰ ਆਰਚ ਹੈਗੀ ਆ. ਇਹ ਪੇਸ਼ੈਂਟ ਦੀ ਪੂਰੀ ਬਾਈਟ ਰਿਕਾਰਡ ਹੋਗੀ, ਪੇਸ਼ੈਂਟ ਕਿੱਦਾਂ ਬਾਈਟ ਕਰਦਾ ਹੈ. ਦਿਸ ਇਜ਼ ਅ ਡਿਜੀਟਲ ਸਕੈਨ. ਇਹਨੂੰ ਜੇ ਆਪਾਂ ਡਾਇਰੈਕਟਲੀ ਇੱਥੇ ਜਾ ਕੇ ਅਸੀਂ ਸਿੰਪਲ ਇਹਨੂੰ ਪ੍ਰੋਸੈਸ ਕਰਕੇ ਜੇ ਆਪਾਂ ਸੈਂਡਿੰਗ ਦੀ ਕਮਾਂਡ ਦਿੰਦੇ ਹਾਂ, ਇਹ ਡਾਇਰੈਕਟਲੀ ਲੈਬ ਨੂੰ ਪਹੁੰਚ ਜਾਂਦਾ ਹੈ. ਕੋਈ ਹੈਸਲ ਨਹੀਂ ਇੰਪ੍ਰੈਸ਼ਨ ਲੈਣ ਦਾ, ਕੰਟੈਮੀਨੇਸ਼ਨ ਕਿਸੇ ਵੀ ਤਰੀਕੇ ਦਾ ਕੁਝ ਵੀ ਨਹੀਂ ਹੈਗਾ. This is a digital scanner. ਇਹ ਜੀ 3Shape ਕੰਪਨੀ ਦਾ ਹੈਗਾ ਵਰਲਡ ਦੇ ਵਿੱਚ. This is the best company that is available, although it is extremely expensive, ਜਿਹਦੇ ਕਰਕੇ ਇੰਡੀਅਨ ਡੈਂਟਿਸਟ ਦੇ ਵਿੱਚ ਇਹਦੀ ਅਫੋਰਡੇਬਿਲਿਟੀ ਹਲੇ ਇੰਨੀ ਨਹੀਂ ਹੈਗੀ. ਬਟ ਜਿਹੜੇ ਅਫੋਰਡ ਕਰ ਸਕਦੇ ਆ, ਜਿਹੜੇ ਇਹਨੂੰ ਯੂਜ਼ ਕਰ ਰਹੇ ਆ, ਉਹ ਡੈਫੀਨੇਟਲੀ ਆਈ ਐਮ ਸ਼ੋਰ ਦੇ ਵਿਲ ਨੋ ਦਾ ਐਗਜ਼ੈਕਟ ਬੈਨੀਫਿਟਸ ਆਫ ਦਿਸ ਥਿੰਗ. ਐਂਡ ਜੀ ਅਸੀਂ ਇਹ ਡਿਜੀਟਲ ਸਕੈਨਰ ਕਰਦੇ ਹਾਂ ਸਕੈਨ ਲੈਣ ਦੇ ਲਈ. ਇਹ ਸਾਡਾ ਸੈਨੀਟਾਈਜ਼ਰ ਹੈਗਾ ਆ. ਹਰ ਕਲੀਨਿਕ ਦੇ ਵਿੱਚ ਸਾਡੇ ਸੈਨੀਟਾਈਜ਼ਰਸ ਹੈਗੇ. ਬਿਫੋਰ ਆਫਟਰ ਐਵਰੀ ਸਿੰਗਲ ਟੱਚ ਟੂ ਦ ਪੇਸ਼ੈਂਟ ਵੀ ਸੈਨੀਟਾਈਜ਼ ਆਰਸੈਲਵਸ ਤਾਂ ਕਿ ਕਿਸੇ ਤਰੀਕੇ ਦਾ ਕ੍ਰਾਸ ਕੰਟੈਮੀਨੇਸ਼ਨ ਨਾ ਹੋਵੇ. ਤੀਜਾ ਜੀ ਮੈਂ ਤੁਹਾਨੂੰ ਹਲੇ ਦੱਸਿਆ ਸੀਗਾ ਸਟਰਲਾਈਜੇਸ਼ਨ. ਇਹ ਪਾਊਚ ਸੀਲਿੰਗ ਦੇ ਬਾਰੇ ਜਿਹੜਾ ਅਸੀਂ ਦੱਸ ਰਹੇ ਸੀਗੇ, ਇਹ ਇੱਕ ਵਾਰੀ ਸੀਲ ਹੋ ਗਿਆ, ਇਹਦਾ ਆਟੋਕਲੇਵ ਦੇ ਬਾਅਦ ਕਲਰ ਚੇਂਜ ਹੋ ਜਾਂਦਾ ਹੈ. ਜੇ ਆਪਾਂ ਇਹਨੂੰ ਇੱਕ ਵਾਰੀ ਪਾੜ ਕੇ ਕੱਢਤਾ, ਇਹ ਦੁਬਾਰਾ ਤੋਂ ਯੂਜ਼ ਨਹੀਂ ਹੋ ਸਕਦਾ. ਪੇਸ਼ੈਂਟ ਨੂੰ ਪਤਾ ਚੱਲ ਜਾਊਗਾ ਦੁਬਾਰਾ ਤੋਂ ਯੂਜ਼ ਹੋਇਆ. ਤੇ ਕ੍ਰਾਸ ਕੰਟੈਮੀਨੇਸ਼ਨ ਦੇ ਸਾਡੇ ਚਾਂਸ ਨਹੀਂ ਹੈਗੇ. ਅਸੀਂ ਜੀ ਡਬਲ ਗਲਵ ਟੈਕਨੀਕ ਯੂਜ਼ ਕਰ ਰਹੇ ਹਾਂ ਕੋਰੋਨਾ ਦੇ ਟਾਈਮ 'ਚ. ਦੂਜੀ ਜੀ ਥੋੜਾ ਜਿਹਾ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਫੈਮੀਲੀਅਰ ਕਰੂੰਗਾ ਰਿਗਾਰਡਿੰਗ ਆਰ ਬੇਸਿਕ ਇਕਵਿਪਮੈਂਟ ਜਿਹੜੇ ਅਸੀਂ ਇਹਨਾਂ ਚੀਜ਼ਾਂ ਤੋਂ ਇਲਾਵਾ ਯੂਜ਼ ਕਰ ਰਹੇ ਹਾਂ. ਜਿੱਦਾਂ ਇਹ ਆ ਸਾਡਾ ਜੀ ਮਾਈਕਰੋਸਕੋਪ. ਅਗੇਨ ਇਹ ਚੀਜ਼ ਬਹੁਤ ਘੱਟ ਕਲੀਨਿਕਸ ਯੂਜ਼ ਕਰਦੇ ਆ. ਜੇ ਅਸੀਂ ਕੇਰੀਜ਼ ਰਿਮੂਵਲ ਕਰਨਾ ਹੈ, ਐਂਡੋਡੋਂਟਿਕ ਸਰਜਰੀਜ਼ ਕਰਨੀ ਹੈ, ਰੂਟ ਕਨਾਲ ਟ੍ਰੀਟਮੈਂਟਸ ਕਰਨੀ ਹੈ, ਕਿਸੇ ਵੀ ਤਰੀਕੇ ਦੇ ਸਾਨੂੰ ਕਨਾਲ ਨਹੀਂ ਲੱਭ ਰਹੇ ਜਾਂ ਕਿਸੇ ਵੀ ਫੇਲੀਅਰ ਕੇਸਿਸ ਜਿਹੜੇ ਸਾਡੇ ਕੋਲ ਆਉਂਦੇ ਰੂਟ ਕਨਾਲ ਟ੍ਰੀਟਮੈਂਟ ਦੇ, ਉਹਨਾਂ ਨੂੰ ਠੀਕ ਕਰਨ ਦੇ ਲਈ ਜੀ ਸਾਡੇ ਕੋਲ ਅਗੇਨ ਮਾਈਕਰੋਸਕੋਪ ਹੈਗਾ. ਇਹ ਤੋਂ ਇਲਾਵਾ ਜੀ ਸਾਡੇ ਕੋਲ ਇਹ ਪਾਰਟਿਕੂਲਰ ਜਿਹੜੀ ਤੁਸੀਂ ਮਸ਼ੀਨਰੀ ਦੇਖ ਰਹੇ ਹੋ ਡੈਂਟਲ ਚੇਅਰ, ਦਿਸ ਇਜ਼ ਓਨਲੀ ਪੂਰੇ ਸ਼ਹਿਰ ਦੇ ਵਿੱਚ ਸ਼ਾਇਦ ਇੱਕ ਹੀ ਹੋਊਗੀ, ਬਹੁਤ ਘੱਟ ਯੂਜ਼ ਹੋ ਰਹੀ. ਇਹ ਜੀ ਦਿਸ ਇਜ਼ ਸਿਰੋਨਾ ਦੀ ਚੇਅਰ ਹੈਗੀ, ਡੈਂਟਲ ਚੇਅਰ ਹੈਗੀ ਆ. ਦਿਸ ਟੌਪ ਆਫ ਦ ਲਾਈਨ, ਵਨ ਆਫ ਦ ਬੈਸਟ ਇਨ ਕਲਾਸ. ਦੂਜਾ ਜੀ ਸਾਡੇ ਕੋਲ ਇਹ ਡਿਜੀਟਲ ਸ਼ੇਡ ਗਾਈਡ ਹੈਗਾ ਆ. ਤੁਸੀਂ ਆਹ ਦੇਖ ਸਕਦੇ ਹੋ ਸਮਾਲ ਮਾਊਸ ਲਾਈਕ ਡਿਵਾਈਸ. ਇਹਦੇ ਨਾਲ ਅਸੀਂ ਜਿਹੜਾ ਆ ਸ਼ੇਡ ਡਿਜੀਟਲੀ ਲੈਂਦੇ ਹਾਂ. ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਪੇਸ਼ੈਂਟ ਦਾ ਸ਼ੇਡ ਲਿੱਤਾ, ਕਰਾਊਨ ਬਣਾ ਕੇ ਦਿੱਤਾ, ਉਸ ਤੋਂ ਬਾਅਦ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਤੁਸੀਂ ਕੈਪ ਲਾਇਆ ਪਰ ਉਹ ਨਾ ਮੈਚ ਨਹੀਂ ਕਰਦਾ, ਨਾਲ ਦੇ ਦੰਦਾਂ ਤੋਂ ਨਾਲ ਦੇ ਦੰਦਾਂ ਤੋਂ ਅੱਡ ਸਟੈਂਡ ਆਊਟ ਕਰਦਾ ਤੇ ਲੋਕੀ ਸਾਨੂੰ ਪੁਆਇੰਟ ਆਊਟ ਕਰਦੇ ਜੀ ਕੈਪ ਸੋਹਣਾ ਨਹੀਂ ਲੱਗਾ. ਉਹ ਇਹਦੇ ਨਾਲ ਚੀਜ਼ਾਂ ਜਿਹੜੀ ਬਹੁਤ ਘੱਟ ਜਾਂਦੀਆਂ ਕਿਉਂਕਿ ਇਹਨੇ ਤੁਹਾਨੂੰ ਐਗਜ਼ੈਕਟ ਸ਼ੇਡ ਦੇਣਾ ਦੰਦ ਦਾ ਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਐਰਰ ਤੁਹਾਡਾ ਹਟ ਜਾਣਾ. ਇਹ ਤੋਂ ਇਲਾਵਾ ਜੀ ਜੇ ਸਾਨੂੰ ਕਿਸੇ ਵੀ ਤਰੀਕੇ ਦਾ ਮਟੀਰੀਅਲ ਮਿਕਸਿੰਗ ਦੀ ਲੋੜ ਹੋਵੇ ਤੇ ਸਾਡੇ ਕੋਲ ਪੈਂਟਾ ਮਿਕਸਿੰਗ ਯੂਨਿਟ ਹੈਗਾ ਆ. ਇਹਦੇ ਨਾਲ ਜੀ ਇਹ ਸਾਨੂੰ ਇਹ ਫਾਇਦਾ ਹੋ ਜਾਂਦਾ ਕਿ ਮੈਨੂਅਲ ਹੈਂਡ ਮਿਕਸਿੰਗ ਦੇ ਨਾਲ ਜਿਹੜੇ ਐਰਰਸ ਹੁੰਦੇ ਆ, ਮਿਕਸ ਪ੍ਰੋਪਰ ਨਹੀਂ ਹੋਇਆ, ਬੇਸ ਕੈਟਲਿਸਟ ਜਿਹੜੇ ਦੋ ਪੇਸਟ ਦੀ ਜਿਹੜੀ ਰੇਸ਼ੀਓ ਹੁੰਦੀ ਉਹ ਠੀਕ ਤਰੀਕੇ ਦੇ ਨਾਲ ਇਨਕੋਰਪੋਰੇਟ ਨਹੀਂ ਹੋਈ, ਮੈਨੂਅਲ ਮਿਕਸਿੰਗ ਦੇ ਨਾਲ ਪ੍ਰੋਬਲਮ ਆਉਣੀ, ਉਹ ਸਾਰੀ ਸਾਡੀ ਜਿਹੜੀ ਐਲੀਮੀਨੇਟ ਹੋ ਜਾਂਦੀ ਇਹ ਆਟੋਮੈਟਿਕ ਮਿਕਸਰ ਦੇ ਨਾਲ. ਇਸ ਤੋਂ ਇਲਾਵਾ ਸਾਡੇ ਕੋਲ ਜੀ ਪੋਰਟੇਬਲ ਐਕਸ-ਰੇ ਯੂਨਿਟ ਹੈਗਾ. ਤੁਸੀਂ ਆਹ ਦੇਖ ਸਕਦੇ ਹੋ ਜੀਨੋਰੇ ਦਾ ਅਗੇਨ ਵਨ ਆਫ ਦ ਬੈਸਟ ਐਕਸ-ਰੇ ਯੂਨਿਟਸ ਹੈਗਾ. ਇਹਦੇ ਨਾਲ ਅਸੀਂ ਐਕਸ-ਰੇ ਸ਼ੂਟ ਕਰਦੇ ਹਾਂ. ਇਹਦਾ ਜੀ ਐਡਵਾਂਟੇਜ ਕਾਫੀ ਐਡਵਾਂਟੇਜਸ ਸਾਨੂੰ ਇਹ ਆ ਜਾਂਦੇ ਕਿ ਇਹ ਇੱਕ ਤੇ AERB ਨੋਰਮਸ ਅਪਰੂਵਡ ਹੈਗਾ. AERB ਯਾਨੀ ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਤੇ ਉਹਦੇ ਨੋਰਮਸ ਦੇ ਹਿਸਾਬ ਨਾਲ ਜਿਹੜਾ ਅਪਰੂਵਡ ਐਕਸ-ਰੇ ਯੂਨਿਟ ਹੁੰਦਾ ਉਹਦਾ ਸਾਨੂੰ ਇਹ ਫਾਇਦਾ ਹੋ ਜਾਂਦਾ ਜੀ ਕਿਸੇ ਵੀ ਤਰੀਕੇ ਦੀ ਐਕਸ-ਰੇ ਰੇਡੀਏਸ਼ਨ ਇੰਨੀ ਘੱਟ ਆ ਕਿ ਕਿਸੇ ਤਰੀਕੇ ਦਾ ਫਿਊਚਰ ਦੇ ਵਿੱਚ ਹਾਰਮ ਪੇਸ਼ੈਂਟ ਨੂੰ ਜਾਂ ਡਾਕਟਰ ਨੂੰ ਨਹੀਂ ਹੁੰਦਾ. ਤੀਜਾ ਜੀ ਅਸੀਂ ਤੁਹਾਨੂੰ ਹਲੇ ਦਿਖਾਵਾਂਗੇ ਸਾਡੇ ਕੋਲ ਫਾਸਫਰ ਇਮੇਜ ਸੈਂਸਿੰਗ ਪਲੇਟਸ ਹੈਗੀਆਂ ਤੇ ਤੁਸੀਂ ਉਹਨੂੰ ਫਾਸਫਰ ਇਮੇਜ ਸਕੈਨਰ ਤੇ ਪਾਓ, ਡਾਇਰੈਕਟਲੀ ਸਾਰੇ ਕੰਪਿਊਟਰਸ ਤੇ ਐਕਸ-ਰੇ ਉਹ ਡਿਸਪਲੇ ਹੋ ਜਾਂਦਾ ਹੈ. ਇਹ ਕਿੰਨੇ ਜੇ ਦੰਦ ਦਾ ਐਕਸ-ਰੇ ਪੂਰੀ ਵੱਡੀ ਕੰਪਿਊਟਰ ਸਕਰੀਨ ਤੇ ਆਉਂਦਾ, ਕਲੈਰਿਟੀ ਬਹੁਤ ਜ਼ਿਆਦਾ ਇਨਹੈਂਸ ਹੋ ਜਾਂਦੀ ਹੈ ਤੇ ਉਹ ਛੋਟੀ ਫਿਲਮਾਂ ਦਾ ਜਿਹੜਾ ਕਨਸੈਪਟ ਸੀਗਾ ਉਹ ਟੋਟਲੀ ਅਸੀਂ ਐਲੀਮੀਨੇਟ ਕਰਤਾ ਹੈ. ਇਸ ਤੋਂ ਇਲਾਵਾ ਜੀ ਸਾਡੇ ਕੋਲ ਇਹ ਪਾਰਟਿਕੂਲਰ ਸਕੇਲਰ ਟਿਪਸ ਹੈਗੀਆਂ. ਦਿਸ ਇਜ਼ ਐਕਟੀਓਨ P5. ਜੇ ਤੁਹਾਨੂੰ ਥੋੜਾ ਜਿਹਾ ਵੀ ਆਈਡੀਆ ਹੋਊਗਾ, ਦਿਸ ਇਜ਼ ਬੈਸਟ ਇਨ ਕਲਾਸ LED ਸਕੇਲਰ ਟਿਪਸ ਹੈਗੀਆਂ. ਐਕਟੀਓਨ ਜਿਹੜੀ ਆ ਅਮਰੀਕਨ ਕੰਪਨੀ ਹੈਗੀ ਆ, ਜਸਟ ਵਨ ਆਫ ਦ ਸਮਾਲ ਇਕਵਿਪਮੈਂਟਸ ਦੈਟ ਵੀ ਹੈਵ ਇਨ ਆਰ ਕਲੀਨਿਕ. ਇਹ ਜੀ ਲੇਟੈਸਟ ਟੈਕਨੀਕਸ ਹੈਗੀਆਂ. ਸਕੇਲਿੰਗ ਪੋਲਿਸ਼ਿੰਗ, ਜਦੋਂ ਆਪਾਂ ਕਹਿੰਦੇ ਹਾਂ ਕਿ ਜੀ ਅਸੀਂ ਦੰਦ ਸਾਫ਼ ਕਰਾ ਲਿਓ ਤੋਂ ਬਾਅਦ ਦੰਦ ਖਰਾਬ ਹੋਣੇ ਲੱਗੇ ਜਾਂ ਫਿਰ ਮਸੂੜਿਆਂ 'ਚੋਂ ਖੂਨ ਆਉਣ ਡੈ ਪਿਆ ਜਾਂ ਮੇਰੇ ਦੰਦ ਢਿੱਲੇ ਹੋ ਗਏ, ਉਹ ਸਾਰੀ ਚੀਜ਼ਾਂ ਇਹਦੇ ਨਾਲ ਨਹੀਂ ਹੁੰਦੀਆਂ ਕਿਉਂਕਿ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਤੇ ਬੈਸਟ ਇਕਵਿਪਮੈਂਟ ਹੈਗਾ ਆ. ਅਗਲਾ ਜੀ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਕੌਨਸ਼ੀਅਸ ਸੈਡੇਸ਼ਨ ਹੈਗਾ ਸਾਡੇ ਕੋਲ ਇੱਥੇ ਪਿਆ ਹੋਇਆ. ਅਗੇਨ ਮੈਟ੍ਰਿਕਸ ਦਾ ਹੈਗਾ, ਪਾਰਕਰ ਪੋਰਟਰ ਦਾ ਹੈਗਾ ਜੀ.
ਇਹਦੇ ਨਾਲ ਕੀ ਹੁੰਦਾ ਕਿ ਜਦੋਂ ਕਦੇ ਬੱਚੇ ਆਉਂਦੇ ਆ ਬਹੁਤ ਘਬਰਾਏ ਹੁੰਦੇ, ਹਾਏ ਅਸੀਂ ਨਹੀਂ ਟ੍ਰੀਟਮੈਂਟ ਕਰਾਉਣਾ, ਉਹਨੂੰ ਤੁਸੀਂ ਥੋੜੀ ਜਿਹੀ ਗੈਸ ਦਿਓ। ਇਹਨੂੰ ਬਾਹਰ ਤੇ ਬਹੁਤ ਫੇਮਸ ਹੈਗਾ, ਇੰਡੀਆ 'ਚ ਹਲੇ ਇੰਨੀ ਅਵੇਅਰਨੈਸ ਨਹੀਂ ਆਈ ਹੈਗੀ। ਇਹਨੂੰ ਅਸੀਂ ਲਾਫਿੰਗ ਗੈਸ ਕਹਿੰਦੇ ਆ, ਤੇ ਇਹਨੂੰ ਥੋੜਾ ਜਿਹਾ ਇਨਹੇਲ ਕਰਾ ਦਿਓ ਤੇ ਬੱਚਾ ਹੱਸਣ ਡੈ ਪੈਂਦਾ, ਹਾਂ। ਤੁਸੀਂ ਥੋੜੀ ਜਿਹੀ ਗੱਲ ਕਰੋ ਪੇਸ਼ੈਂਟ ਨੂੰ, ਉਸ ਤੋਂ ਬਾਅਦ ਚਾਹੇ ਤੁਸੀਂ ਇੰਜੈਕਟ ਕਰੋ, ਤੁਸੀਂ ਫਿਲਿੰਗ ਕਰੋ, ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ। ਤੇ ਇਹ ਉਹਨਾਂ ਪੇਸ਼ੈਂਟਸ ਦੇ ਲਈ ਹੈਗੇ ਜਿਹੜੇ ਬਹੁਤ ਜ਼ਿਆਦਾ, ਕਈ ਫੀਮੇਲਸ ਵੀ ਆਈ ਥਿੰਕ ਕਾਫੀ ਐਂਕਸ਼ੀਅਸ ਹੁੰਦੀਆਂ, ਮੇਲਸ ਤੇ ਖੈਰ ਕੰਪੈਰੀਟਿਵਲੀ ਘੱਟ ਹੁੰਦੇ, ਫੀਮੇਲਸ ਕਾਫੀ ਐਂਕਸ਼ੀਅਸ ਹੁੰਦੀਆਂ, ਬੱਚੇ ਕਾਫੀ ਐਂਕਸ਼ੀਅਸ ਹੁੰਦੇ ਆ ਟ੍ਰੀਟਮੈਂਟ ਨੂੰ ਲੈ ਕੇ। ਕਈ ਸਾਨੂੰ ਤਾਂ ਮੇਲਸ ਵੀ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਬਿਲਕੁਲ ਡੈਂਟਲ ਟ੍ਰੀਟਮੈਂਟ ਤੋਂ ਡਰਦੇ ਨਹੀਂ ਆਉਂਦੇ, ਤੇ ਉਹਨਾਂ ਨੂੰ ਥੋੜਾ ਜਿਹਾ ਇਨਹੇਲ ਕਰਾ ਦਿੰਦੇ ਲਾਫਿੰਗ ਗੈਸ, ਤੇ ਉਸ ਤੋਂ ਬਾਅਦ ਟ੍ਰੀਟਮੈਂਟ ਇਜ਼ ਅ ਬਰੀਜ਼। ਨੈਕਸਟ ਹੁਣ ਆਪਾਂ ਆਪਣੇ ਆਉਂਦੇ ਹਾਂ ਕੋਈ ਵੀ ਕਿਸੇ ਵੀ ਡੈਂਟਲ ਕਲੀਨਿਕ ਜਾਂ ਕਿਸੇ ਵੀ ਡੈਂਟਲ ਆਪਰੇਟਰੀ ਦਾ ਇੱਕ ਬੈਕਬੋਨ ਹੈਗੀ ਐਕਸ-ਰੇ ਯੂਨਿਟ, ਬਿਕੋਜ਼ ਵਿਦਆਊਟ ਪ੍ਰੋਪਰ ਡਾਇਗਨੋਸਿਸ ਅਸੀਂ ਟ੍ਰੀਟਮੈਂਟ ਪਲਾਨ ਨਹੀਂ ਕਰ ਸਕਦੇ ਤੇ ਅਸੀਂ ਪ੍ਰੋਪਰ ਜਸਟੀਫਾਈਡ ਟ੍ਰੀਟਮੈਂਟ ਪੇਸ਼ੈਂਟ ਨੂੰ ਨਹੀਂ ਦੇ ਸਕਦੇ, ਜਿਹਦੇ ਲਈ ਜੀ ਅਸੀਂ ਸਾਡੇ ਕੋਲ ਪ੍ਰੋਪਰ ਇੱਕ ਐਕਸ-ਰੇ ਸੈਂਟਰ ਲੱਗਿਆ ਹੋਇਆ ਸਾਡੇ ਕੋਲ ਇੱਥੇ ਹੈਗਾ ਜੀ। ਇਹ ਜੀ ਸਾਡੇ ਕੋਲ ਦਿਸ ਇਜ਼ ਅ ਪ੍ਰੋਪਰ ਐਕਸ-ਰੇ ਰੂਮ ਸਾਡੇ ਕੋਲ ਹੈਗਾ ਆ। ਐਕਸ-ਰੇਜ਼ ਦੇ ਕੰਟਰੋਲ ਬਾਹਰ ਹੈਗੇ ਆ, ਸੋ ਪੇਸ਼ੈਂਟ ਅੰਦਰ ਖੜਦਾ, ਅਸੀਂ ਇੱਥੋਂ ਬਟਨ ਪ੍ਰੈਸ ਕਰਦੇ ਹਾਂ ਤੇ ਐਕਸ-ਰੇ ਜਿਹੜਾ ਸ਼ੂਟ ਹੋ ਜਾਂਦਾ। ਉਹਦੇ ਨਾਲ ਕੀ ਆ ਕਿ ਪੇਸ਼ੈਂਟ ਨੂੰ ਅਸੀਂ ਲੈਡ ਐਪਰਨ ਪਾ ਕੇ ਅੰਦਰ ਖੜਾ ਕਰਦੇ ਹਾਂ, ਪੇਸ਼ੈਂਟ ਰੇਡੀਏਸ਼ਨ ਤੋਂ ਬਚ ਜਾਂਦਾ, ਅਸੀਂ ਬਾਹਰ ਆ ਜਾਂਦੇ ਹਾਂ ਤੇ ਸਾਨੂੰ ਵੀ ਰੇਡੀਏਸ਼ਨ ਦਾ ਬਿਲਕੁਲ ਵੀ ਅਸਰ ਨਹੀਂ ਪੈਂਦਾ। ਇਸ ਤੋਂ ਅਸੀਂ ਬਹੁਤ ਜ਼ਿਆਦਾ ਅੱਗੇ ਮੈਜਰਸ ਲਿੱਤੇ ਆ ਤਾਂ ਕਿ ਸਾਨੂੰ ਕਿਸੇ ਵੀ ਤਰੀਕੇ ਦਾ ਰੇਡੀਏਸ਼ਨ ਦਾ ਇਫੈਕਟ ਨਾ ਆਵੇ, ਜਾਂ ਪੇਸ਼ੈਂਟ ਦੇ ਰਿਲੇਟਿਵਸ ਵੀ ਕਦੇ ਆ ਕੇ ਇੱਥੇ ਖੜਦੇ ਆ। ਇਹ ਜੀ ਪੂਰਾ ਡੋਰ ਜਿਹੜਾ ਹੈਗਾ ਇਹ ਟੋਟਲੀ ਇਨਸਾਈਡ ਲੈਡ ਹੈਗਾ, ਜੇ ਤੁਸੀਂ ਦੇਖ ਸਕਦੇ ਆ, ਰੀਲੀ ਵਿਸ਼ ਯੂ ਕੁਡ ਸੀ, ਇਹ ਬਹੁਤ ਹੈਵੀ ਡੋਰ ਹੈਗਾ, ਬਹੁਤ ਭਾਰਾ ਡੋਰ ਹੈਗਾ। ਇਹਦੇ ਵਿੱਚ ਲੈਡ ਕੋਟਿੰਗ ਹੈਗੀ ਆ, ਇਹ ਗਲਾਸ ਪੂਰਾ ਲੈਡ ਕੋਟਡ ਗਲਾਸ ਹੈਗਾ। ਇਹ ਸਾਡਾ ਐਕਸ-ਰੇ ਚੈਂਬਰ ਹੈਗਾ। ਇੱਥੇ ਤੁਸੀਂ ਦੇਖ ਸਕਦੇ ਹੋ ਜੀ, ਜੇ ਅਸੀਂ ਫੁੱਲ ਮਾਊਥ ਐਕਸ-ਰੇਜ਼ ਲੈਣੇ ਹੋਣ, ਜੇ ਅਸੀਂ ਫੁੱਲ ਆਰਚ ਦਾ ਮਤਲਬ ਪਲੈਨਿੰਗ ਕਰਨੀ ਹੋਵੇ, ਅਸੀਂ ਇੰਪਲਾਂਟ ਕਰਨੀ ਹੈ, ਅਸੀਂ ਸਰਜਰੀ ਕਰਨੀ ਹੈ, ਦੰਦ ਕੱਢਣੀ ਹੈ, ਅਸੀਂ ਕੁਝ ਵੀ ਮੇਜਰ ਸਰਜਰੀਜ਼ ਅਸੀਂ ਪਲਾਨ ਕਰਨੀ, ਸੋ ਵੀ ਹੈਵ ਗੋਟ ਅ ਫੁੱਲ ਮਾਊਥ ਐਕਸ-ਰੇ ਯੂਨਿਟ। ਦਿਸ ਇਜ਼ ਅ OPG ਯੂਨਿਟ, ਬਹੁਤ ਘੱਟ ਕਲੀਨਿਕਸ 'ਚ ਹੁੰਦਾ ਪਰ ਸਾਨੂੰ ਡਾਇਗਨੋਸਿਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰ ਦਿੰਦਾ ਹੈ। ਦੂਜਾ ਜੀ ਮੈਂ ਤੁਹਾਨੂੰ ਹਲੇ ਦੱਸਿਆ ਸੀਗਾ ਫੋਸਫਰ ਇਮੇਜ ਸਕੈਨਰ। ਇਹ ਜੀ ਸਾਡੇ ਕੋਲ ਸਕੈਨਰ ਹੈਗਾ, ਇਹਦੇ ਵਿੱਚ ਅਸੀਂ ਇਮੇਜ ਪਲੇਟ ਪਾਉਂਦੇ ਆ, ਐਕਸ-ਰੇ ਸ਼ੂਟ ਕਰਕੇ, ਜਿਹੜਾ ਪੋਰਟੇਬਲ ਐਕਸ-ਰੇ ਯੂਨਿਟ ਤੁਹਾਨੂੰ ਦਿਖਾਇਆ ਸੀਗਾ, ਐਕਸ-ਰੇ ਸ਼ੂਟ ਕੀਤਾ, ਪੇਸ਼ੈਂਟ ਉੱਥੇ ਬੈਠਾ, ਨਾਲ ਹੀ ਉੱਥੇ ਬੈਠੇ ਦਾ ਐਕਸ-ਰੇ ਸ਼ੂਟ ਕੀਤਾ, ਐਕਸ-ਰੇ ਲਾ ਕੇ ਇਹਦੇ 'ਚ ਪਾਇਆ, ਤੇ ਫਿਰ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਹੀ ਐਕਸ-ਰੇ ਪੂਰੀ ਸਕਰੀਨ ਦੇ ਵਿੱਚ ਡਿਸਪਲੇ ਹੁੰਦਾ ਨਾ। ਇੱਕ ਦੰਦ ਦੀ ਇੱਥੇ ਰੂਟ ਕੈਨਾਲ ਦਾ ਸ਼ੋ ਹੋ ਰਿਹਾ, ਉਹ ਪੂਰੀ ਸਕਰੀਨ ਤੇ ਸਾਨੂੰ ਕਲੀਅਰ ਦਿਸ ਰਿਹਾ ਕਿਹੜਾ ਦੰਦ ਅਸੀਂ ਕੀਤਾ, ਰੂਟ ਕੈਨਾਲ ਠੀਕ ਹੋ ਰਹੀ ਹੈ ਨਹੀਂ ਹੋ ਰਹੀ ਹੈ, ਉਹ ਸਾਨੂੰ ਇਹਦੇ 'ਚ ਬਹੁਤ ਹੀ ਕਲੀਅਰ ਦੱਸ ਦਿੰਦਾ ਹੈ। ਤੇ ਇੱਕ ਸਿੰਪਲ ਐਕਸ-ਰੇ ਇਮੇਜ ਜਿਹੜੀ ਆਪਾਂ ਸਕੈਨ ਕਰਕੇ ਪਾਉਂਦੇ ਆ ਸਕੈਨਰ ਦੇ ਵਿੱਚ, ਉਹ ਇੰਨੀ ਸਕਰੀਨ ਤੇ ਸਾਰੀ ਸਕਰੀਨ ਤੇ ਡਿਸਪਲੇ ਹੋ ਜਾਂਦੀ ਹੈ। ਸਾਡਨ ਇਹਦੇ ਨਾਲ ਐਡਵਾਂਟੇਜ ਹੁੰਦਾ ਹੈ, ਜਿੱਥੇ ਪੇਸ਼ੈਂਟ ਬੈਠਾ ਹਰ ਚੇਅਰ ਦੇ ਨਾਲ ਆਪਣੀ ਸਕਰੀਨ ਲੱਗੀ ਹੋਈ ਆ, ਉਸ ਚੇਅਰ ਤੇ ਅਸੀਂ ਪੇਸ਼ੈਂਟ ਨੂੰ ਐਕਸ-ਰੇ ਸ਼ੋ ਕਰ ਦਿੰਦੇ ਆ, ਤੇ ਉਹਦੇ ਨਾਲ ਸਾਨੂੰ ਇਹ ਐਡਵਾਂਟੇਜ ਹੋ ਜਾਂਦਾ ਕਿ ਵੀ ਕੈਨ ਡਾਇਰੈਕਟਲੀ ਕਮਿਊਨੀਕੇਟ ਵਿਦ ਦਾ ਪੇਸ਼ੈਂਟ ਕਿ ਜੀ ਆਹ ਐਕਸ-ਰੇ ਸਾਡਾ ਆਇਆ, ਤੁਹਾਡਾ ਇਹ ਦੰਦ ਆ, ਇਹਦਾ ਅਸੀਂ ਇਹ ਪਾਰਟਿਕੂਲਰ ਟ੍ਰੀਟਮੈਂਟ ਕਰ ਰਹੇ ਹਾਂ। ਤੇ ਇਹਦੇ ਨਾਲ ਸਾਨੂੰ ਟ੍ਰੀਟਮੈਂਟ ਆਊਟਕਮ ਵੀ ਬਹੁਤ ਵਧੀਆ ਮਿਲਦਾ ਹੈ, ਪੇਸ਼ੈਂਟ ਸੈਟਿਸਫੈਕਸ਼ਨ ਬਹੁਤ ਅੱਛੀ ਮਿਲਦੀ ਹੈ। ਦ ਮੋਸਟ ਇੰਪੋਰਟੈਂਟ ਥਿੰਗ ਪੇਸ਼ੈਂਟ ਕਮਿਊਨੀਕੇਸ਼ਨ, ਸਿਰਫ ਡਾਕਟਰ ਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ, ਪੇਸ਼ੈਂਟ ਨੂੰ ਵੀ ਨਾਲ ਪਤਾ ਚੱਲਦਾ ਕਿ ਚਲੋ ਮੇਰੇ ਦੰਦ ਦੀ ਰੂਟ ਕੈਨਾਲ ਹੋ ਰਹੀ ਹੈ, ਇਦਾਂ ਹੋ ਰਹੀ, ਮੇਰੇ ਦੰਦ ਦੀ ਫੀਲਿੰਗ ਹੋ ਰਹੀ, ਮੇਰਾ ਦੰਦ ਕੱਢਿਆ ਗਿਆ, ਇਦਾਂ ਦੰਦ ਸੀਗਾ ਹੁਣ ਨਹੀਂ ਹੈਗਾ। ਉਹ ਸਾਰੀ ਚੀਜ਼ਾਂ ਅਸੀਂ ਪੇਸ਼ੈਂਟ ਦੇ ਨਾਲ ਇਫੈਕਟਿਵਲੀ ਕਮਿਊਨੀਕੇਟ ਕਰ ਸਕਦੇ ਹਾਂ। ਇਹ ਜੀ ਸਾਡਾ ਥੋੜਾ ਜਿਹਾ ਬਰੀਫ ਰਾਊਂਡ ਸੀਗਾ। ਅਸੀਂ ਆਫ ਕੋਰਸ ਜੇ ਮੈਂ ਕਹਾਂ ਵਿਸਤਾਰ 'ਚ ਬੋਲੀਏ, ਡਿਟੇਲ 'ਚ ਬੋਲੀਏ, ਕੁਝ ਘੰਟੇ ਲੱਗ ਜਾਣਗੇ ਸਾਡੇ ਕਲੀਨਿਕਸ ਦੇ ਵਿੱਚ ਜਿਹੜੀ ਟੈਕਨੀਕਸ ਯੂਜ਼ ਹੁੰਦੀਆਂ, ਭਾਵੇਂ ਤੁਸੀਂ ਰੂਟ ਕੈਨਾਲ ਕਹੋ, ਫਿਲਿੰਗ ਕਹੋ, ਕਰਾਊਨ ਬ੍ਰਿਜਸ, ਇੰਪਲਾਂਟਸ, ਅਸੀਂ ਸਾਰੀ ਚੀਜ਼ਾਂ ਲੇਟੈਸਟ ਟੈਕਨੀਕਸ ਤੇ ਯੂਜ਼ ਕਰਦੇ ਹਾਂ। ਬਟ ਉਹਨੂੰ ਅਸੀਂ ਪੂਰਾ ਰੈਪ ਅਪ ਇਸ ਸਿੰਗਲ ਐਪੀਸੋਡ ਦੇ ਵਿੱਚ ਨਹੀਂ ਕਰ ਸਕਦੇ। ਬਟ ਇਨ ਜਨਰਲ ਮੈਂ ਤੁਹਾਨੂੰ ਇਹ ਕਹਾਂਗਾ ਕਿ ਜੇ ਆਪਾਂ ਇਹ ਸੋਚ ਰਹੇ ਹਾਂ ਕਿ ਸਾਨੂੰ ਠੀਕ ਪ੍ਰਾਈਸ ਦੇ ਵਿੱਚ ਇੱਕ ਬਹੁਤ ਵਧੀਆ ਟ੍ਰੀਟਮੈਂਟ ਚਾਹੀਦਾ, ਇੰਟਰਨੈਸ਼ਨਲ ਕੁਆਲਿਟੀ ਦੇ ਇਕਵਿਪਮੈਂਟ ਮਟੀਰੀਅਲ ਚਾਹੀਦੇ ਆ ਤੇ ਇੰਟਰਨੈਸ਼ਨਲ ਕੁਆਲਿਟੀ ਦਾ ਟ੍ਰੀਟਮੈਂਟ ਚਾਹੀਦਾ, ਉਹ ਸਾਨੂੰ ਜੀ ਲੁਧਿਆਣਾ ਡੈਂਟਲ ਸੈਂਟਰ ਦੇ ਵਿੱਚ ਡੈਫੀਨੇਟਲੀ ਮਿਲੂਗਾ। ਵੀ ਆਰ ਅ ਟੀਮ ਆਫ ਐਕਸਪਰਟਸ, ਮਾਈਸੈਲਫ ਡਾਕਟਰ ਬਿਕਰਮਜੀਤ ਸਿੰਘ ਢਿੱਲੋਂ ਜੀ, ਮੈਂ ਆਪ ਇੱਕ ਸਪੈਸ਼ਲਿਸਟ ਹੈਗਾ ਤੇ ਮੈਂ ਫੈਲੋਸ਼ਿਪਸ ਕੀਤੀਆਂ ਇੰਪਲਾਂਟੋਲੋਜੀ ਦੇ ਵਿੱਚ ਬਾਹਰੋਂ। ਤੇ ਇਹਦੇ ਨਾਲ ਕੀ ਹੋ ਜਾਂਦਾ ਕਿ ਅਸੀਂ ਪੜ੍ਹਾਈ ਦੇ ਵਿੱਚ ਅਸੀਂ ਪੂਰਾ ਪ੍ਰੋਪਰ ਇੱਕ ਡਿਗਰੀਆਂ ਲਿੱਤੀਆਂ, ਉਸ ਤੋਂ ਇਲਾਵਾ ਅਸੀਂ ਰੈਗੂਲਰ ਕਾਨਫਰੰਸਿਸ ਅਟੈਂਡ ਕਰਦੇ ਹਾਂ, ਕੋਰਸਿਸ ਅਟੈਂਡ ਕਰਦੇ ਹਾਂ, ਜਿਹੜੀ ਲੇਟੈਸਟ ਟੈਕਨੋਲੋਜੀਕਲ ਐਡਵਾਂਸਿਸ ਹੈਗੀਆਂ ਉਹ ਸਾਨੂੰ ਪਤਾ ਲੱਗਦੀਆਂ, ਤਾਂ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਜਿਹੜੇ ਆਉਂਦੇ ਆ ਇੱਥੇ ਅਸੀਂ ਬੈਸਟ ਟ੍ਰੀਟਮੈਂਟ ਦੇ ਸਕੀਏ। ਤੇ ਇਹਦੇ ਨਾਲ ਕੰਪਲੀਮੈਂਟ ਕਰਦਾ ਸਾਡਾ ਵੈਲ ਟ੍ਰੇਨਡ ਸਟਾਫ, ਜਿਨ੍ਹਾਂ ਨੂੰ ਅਸੀਂ ਪ੍ਰੋਪਰ ਟ੍ਰੇਨ ਕਰਦੇ ਹਾਂ। ਬਾਇਓਮੈਡੀਕਲ ਵੇਸਟ ਡਿਸਪੋਜ਼ਲ ਕਿੰਨੇ ਕਲੀਨਿਕਸ ਫੋਲੋ ਨਹੀਂ ਕਰਦੇ, ਅਸੀਂ ਕਰਦੇ ਹਾਂ। ਜਿਹੜੀ ਸਟਾਫ ਦੀ ਟ੍ਰੇਨਿੰਗ ਆ ਕਿੰਨੇ ਲੋਕੀ ਫੋਲੋ ਨਹੀਂ ਕਰਦੇ ਜੀ, ਅਸੀਂ ਕਰਦੇ ਹਾਂ। ਉਹ ਤੋਂ ਇਲਾਵਾ ਜੀ ਅਸੀਂ ਤੁਹਾਨੂੰ ਥੋੜਾ ਜਿਹਾ ਰਾਉਂਡ ਅਬਾਊਟ ਬਰੀਫਲੀ ਦਿਖਾਤਾ ਕਿ ਸਾਡੇ ਕੋਲ ਕਿਹੜੇ ਇਕਵਿਪਮੈਂਟਸ ਹੈਗੇ, ਤੇ ਇਹ ਸਾਰੀ ਚੀਜ਼ਾਂ ਮਿਲ ਕੇ ਇੱਕ ਪ੍ਰੋਪਰ ਟ੍ਰੀਟਮੈਂਟ ਆਊਟਕਮ ਦੇਣ ਨੂੰ ਸਾਨੂੰ ਹੈਲਪ ਕਰਦੀਆਂ, ਤੇ ਇੱਕ ਐਟ ਦੀ ਐਂਡ ਆਫ ਦ ਡੇ ਵੀ ਹੈਵ ਅ ਸੈਟਿਸਫਾਈਡ ਪੇਸ਼ੈਂਟ।